दो बंदिਆਂ ਦੀ ਘਾਟ ਹੋਣ ਕਰਕੇ ਜਿਹੜੇ ਮਤੇ ਆ ਉਹ ਪਾਸ ਨਹੀਂ ਕਰਾ ਸਕਦੇ। दो मैंबर ਸਾਡੇ ਕੋਲ ਘੱਟ ਨੇ। ਵਿਰੋਧੀ ਪਾਰਟੀ ਵਾਲੇ ਜਿੱਦਣ ਵੀ ਮੀਟਿੰਗ ਹੁੰਦੀ ਹੈ ਇਕੱਠੇ ਹੋ ਕੇ ਉਹ ਕਹਿੰਦੇ ਵੀ ਕੰਮ ਪਾਸ ਨਹੀਂ ਕਰਨੇ। ਉਹਨਾਂ ਦਾ ਚੁਣਿਆ ਗਿਆ ਸੀ, ਉਹਨੇ ਕੋਈ ਵਧੀਆ ਵਿਕਾਸ ਦਾ ਕੰਮ ਨਹੀਂ ਕੀਤਾ, ਜਿਸ ਕਰਕੇ ਉਹਨਾਂ ਦੀ ਵਿਰੋਧ ਹੋ ਰਿਹਾ ਹੈਗਾ। ਕਾਰਨ ਇਹ ਸੀਗਾ ਵੀ ਉਹਨਾਂ ਕੋਲ ਜੋ ਬੰਦੇ ਸੀ 11 ਸੀਗੇ, ਪਰ ਉਹਨਾਂ ਨੇ ਆਪਣੇ ਬੰਦਿਆਂ ਦਾ ਹੀ ਵਿਕਾਸ ਦਾ ਕੰਮ ਨਹੀਂ ਕੀਤਾ। ਵਿਰੋਧੀ ਧਿਰ ਦਾ ਕਿੱਥੇ ਕਰਨਾ ਸੀ। ਕਮੇਟੀ ਕੋਲ ਫੰਡ ਵੀ ਸਾਰਾ ਕੁਝ ਹੈਗਾ, ਸਿਰਫ ਇੱਕ ਪਰਖਾਲ ਵੀ ਠੇਕੇਦਾਰ ਹੈ, ਉਹ ਅੰਦਰ ਹੋ ਗਿਆ। ਉਸ ਇਨਸਾਨ ਦੇ 2-3 ਕੰਮ ਹੈ ਜਿਹੜੇ ਉਹ ਰਹਿੰਦੇ ਨੇ, ਬਾਕੀ ਠੇਕੇਦਾਰਾਂ ਦੇ ਸਾਰੇ ਕੰਮ ਜਿਹੜੇ ਉਹ ਕੰਪਲੀਟ ਨੇ। ਮਾੜੀ ਨੀਤ ਕਰਕੇ ਉਹਨਾਂ ਨੇ ਜੋ ਕੰਮ ਪਾਸ ਕੀਤੇ ਸੀ ਉਹ ਅਜੇ ਤੱਕ ਵੀ ਪੈਂਡਿੰਗ ਪਏ ਨੇ, ਉਹ ਕੰਮ ਲਾਏ ਨਹੀਂ ਹੈ। ਨਾ ਹੀ ਉਹਨਾਂ ਦੇ ਕੋਈ ਕਿਤੇ ਉਦਘਾਟਨ ਕਰਨ ਵਾਸਤੇ ਗਏ, ਨਾ ਹੀ ਕੋਈ ਕੰਮ ਸ਼ੁਰੂ ਕਰਾਇਆ ਉਹਨਾਂ ਨੇ। ਇਸ ਕਰਕੇ ਅਸੀਂ ਉਸ ਤੋਂ ਬਾਅਦ ਜਿਹੜੀਆਂ 2 ਮੀਟਿੰਗਾਂ ਸੀਗੀਆਂ ਉਹ ਰੱਦ ਕਰਾਈਆਂ ਨੇ। ਆਪਣੇ ਵੱਲੋਂ ਵੀਰ ਜੀ ਗਲੀਆਂ ਦੇ ਜਿੰਨੀਆਂ ਵੀ ਗਲੀਆਂ ਰਹਿੰਦੀਆਂ ਸੀਗੀਆਂ 5 ਕਰੋੜ ਦੇ ਕੰਮ ਸੀਗੇ ਜਿਹੜੇ ਉਹ ਗਲੀਆਂ ਨਾਲੀਆਂ ਦੇ ਉਹ ਬਣਾਏ। ਤਿੰਨ ਟਿਊਬਲ ਲੱਗ ਗਏ ਵੀਰ ਜੀ। ਉਹ ਤੋਂ ਬਾਅਦ ਜੋ ਅੱਜ 2.5 ਸਾਲ ਤੋਂ ਇੱਥੇ ਕੁਝ ਨਹੀਂ ਹੋ ਰਿਹਾ ਉਹਦਾ ਵੀ ਲੋਕਾਂ ਨੂੰ ਪਤਾ, ਇਸੇ ਕਰਕੇ ਉਹ ਇੰਨੇ ਜ਼ਿਆਦਾ ਲੋਕ ਵਿਰੋਧ ਕਰਕੇ ਉਹਦੇ ਖਿਲਾਫ ਹੋਏ ਹੋਏ ਨੇ। ਇਹ ਜਿਹੜੇ ਵੀ ਨੁਮਾਇੰਦਗੀ ਕਰਕੇ ਗਏ ਆ ਪਹਿਲੇ, ਚਾਹੇ ਕੋਈ ਮੰਤਰੀ ਸੀਗਾ ਪਹਿਲੇ, ਉਹ ਨਵੇਂ ਦੀ ਜਿੰਨੀ ਵੀ ਜ਼ਮੀਨ ਸੀਗੀ ਉਹਨਾਂ ਲੋਕਾਂ ਨੇ ਹੜੱਪੀ ਹੈ। ਉਹਦੇ ਕਰਕੇ ਅੱਜ ਨਵਾਂ ਕਮੇਟੀ ਕੋਲ ਇੱਕ ਮਰਲਾ ਜ਼ਮੀਨ ਨਹੀਂ ਹੈ। ਸਾਡੀ ਲੜਾਈ ਆਪਸੀ ਕੋਈ ਨਹੀਂ, ਨਾ ਹੀ ਮੇਰਾ ਉਹਦੇ ਨਾਲ ਕੋਈ ਪਰਸਨਲੀ ਕਿਸੇ ਵੀ ਵਿਅਕਤੀ ਨਾਲ, ਨਾ ਹੀ ਪ੍ਰਧਾਨ ਨਾਲ ਮੇਰਾ ਪਰਸਨਲੀ ਕੋਈ ਲੜਾਈ ਨਹੀਂ ਹੈ। ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਮੇਰੀ ਲੜਾਈ ਸਿਰਫ ਵਿਕਾਸ ਵਾਸਤੇ ਹੈ। ਆਪਾਂ ਪਬਲਿਕ ਦੇ ਪੈਸਿਆਂ ਨੂੰ ਨਜਾਇਜ਼ ਨਹੀਂ ਲਾਣ ਦੇਣਾ, ਇਸ ਕਰਕੇ ਸਾਡੀ ਇਹ ਲੜਾਈ ਹੈ। ਹੋਰ ਸਾਡੀ ਪਰਸਨਲੀ ਕੋਈ ਲੜਾਈ ਨਹੀਂ ਹੈ। ਹਾਂਜੀ, ਨਵਾਂ ਗਰਾਊਂਡ ਦੇ ਲੋਕਾਂ ਦੇ ਇਲਜ਼ਾਮ ਨੇ ਕਿ ਵਿਕਾਸ ਨਹੀਂ ਹੋ ਰਿਹਾ, ਵਿਕਾਸ ਰੁਕਿਆ ਹੋਇਆ ਹੈ। ਕਾਰਨ ਕੀ ਹੈ ਕਿ ਨਵਾਂ ਗਰਾਊਂਡ ਵਿਕਾਸ ਦੇ ਨਾਮ ਤੋਂ ਪਿੱਛੇ ਕਿਉਂ ਹੈ? ਕਿਉਂਕਿ ਕਮੇਟੀ ਤੁਹਾਡੀ ਬਣੀ ਹੋਈ ਹੈ। ਸਭ ਤੋਂ ਪਹਿਲਾਂ ਮੈਂ ਸੱਦੀ ਹੋਈ ਪ੍ਰੈਸ ਦਾ ਧੰਨਵਾਦ ਕਰਦਾ। ਅੱਜ ਮੇਰੀ ਵਾਈਫ ਨੇ ਆਉਣਾ ਸੀਗਾ, ਉਹਨਾਂ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਹ ਨਹੀਂ ਆ ਸਕੇ। ਉਹਨਾਂ ਦੇ ਵੱਲੋਂ ਮੈਂ ਦੱਸਣਾ ਚਾਹੁੰਦਾ ਸਾਰੀ ਪ੍ਰੈਸ ਨੂੰ ਵੀ ਜਿਹੜੇ ਵੀ ਅਸੀਂ ਪਹਿਲੇ ਕੰਮ ਪਾਸ ਕਰਾਏ ਸੀਗੇ 5 ਕਰੋੜ ਰੁਪਏ ਦੇ, ਉਹ ਜਿੰਨੇ ਵੀ ਕੰਮ ਹੈ ਤਕਰੀਬਨ ਸਾਰੇ ਹੋ ਚੁੱਕੇ ਨੇ। ਸਾਡੇ ਕੋਲ 2 ਬੰਦਿਆਂ ਦੀ ਘਾਟ ਹੋਣ ਕਰਕੇ ਜਿਹੜੇ ਮਤੇ ਆ ਉਹ ਪਾਸ ਨਹੀਂ ਕਰਾ ਸਕਦੇ। 2 ਮੈਂਬਰ ਸਾਡੇ ਕੋਲ ਘੱਟ ਨੇ। ਵਿਰੋਧੀ ਪਾਰਟੀ ਵਾਲੇ ਜਿੱਦਣ ਵੀ ਮੀਟਿੰਗ ਹੁੰਦੀ ਹੈ ਇਕੱਠੇ ਹੋ ਕੇ ਉਹ ਕਹਿੰਦੇ ਵੀ ਕੰਮ ਪਾਸ ਨਹੀਂ ਕਰਨੇ। ਇਸ ਕਰਕੇ ਜਿਹੜੇ ਸਾਡੇ ਜਿੰਨੇ ਵੀ ਕੰਮ ਹੈ ਉਹ ਨਹੀਂ ਹੋ ਸਕੇ। ਅੱਛਾ, ਵਿਰੋਧੀ ਤੁਹਾਡੇ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਪੁਰਾਣੇ ਕੰਮ ਨੇ ਉਹ ਨਗਰ ਕੌਂਸਲ ਦੇ ਵਿੱਚ ਜਿਹੜੇ ਪਾਸ ਨਹੀਂ ਹੋ ਰਹੇ, ਤੁਹਾਡੇ ਵੱਲੋਂ ਨਹੀਂ ਪਾਸ ਕੀਤੇ ਜਾ ਰਹੇ, ਫਿਰ ਠੀਕ ਨਹੀਂ ਕੀਤੇ ਜਾ ਰਹੇ। ਦੂਜੇ ਤੇ ਨਵੇਂ ਕੰਮ ਤੁਸੀਂ ਪਾ ਰਹੇ ਹੋ ਕਿ ਫੰਡ ਕਮੇਟੀ ਕੋਲ ਹੈ? ਕਮੇਟੀ ਕੋਲ ਫੰਡ ਵੀ ਸਾਰਾ ਕੁਝ ਹੈਗਾ, ਸਿਰਫ ਇੱਕ ਪਰਖਾਲ ਵੀ ਠੇਕੇਦਾਰ ਹੈ, ਉਹ ਅੰਦਰ ਹੋ ਗਿਆ। ਉਸ ਇਨਸਾਨ ਦੇ 2-3 ਕੰਮ ਹੈ ਜਿਹੜੇ ਉਹ ਰਹਿੰਦੇ ਨੇ, ਬਾਕੀ ਠੇਕੇਦਾਰਾਂ ਦੇ ਸਾਰੇ ਕੰਮ ਜਿਹੜੇ ਉਹ ਕੰਪਲੀਟ ਨੇ। ਨਵਾਂ ਗਰਾਊਂਡ ਦੇ ਵਿੱਚ ਲਗਾਤਾਰ ਜਾਮ ਲੱਗਦੇ ਨੇ, ਜਿਹੜੀਆਂ ਰੇਹੜੀਆਂ ਫੜੀਆਂ ਕਰਕੇ ਲੋਕ ਪਰੇਸ਼ਾਨ ਨੇ, ਕਹਿੰਦੇ ਕਿ ਇਹਨਾਂ ਕਰਕੇ ਸਾਨੂੰ ਬੜੀ ਮੁਸ਼ਕਲ ਹੁੰਦੀ ਹੈ ਨਿਕਲਣ ਵਾਸਤੇ। ਇਹ ਵੀਰ ਜੀ ਉਹਦਾ ਕਿਵੇਂ ਤੁਸੀਂ ਸੰਭਾਲੋਗੇ ਤੁਹਾਡੀ ਕਮੇਟੀ? ਉਹ ਥੋੜ੍ਹਾ ਜਿਹਾ ਕਰੋਨਾ ਕਰਕੇ ਸਾਰੇ ਜਿਹੜੇ ਮੈਂਬਰ ਸਾਹਿਬਾਨ ਨੇ ਸਾਰਿਆਂ ਨੇ ਫੈਸਲਾ ਲਿਆ ਸੀਗਾ ਵੀ ਚਲੋ ਥੋੜ੍ਹੇ ਦਿਨ ਇਹਨਾਂ ਨੂੰ ਲਾ ਲੈਣ ਦਿਓ, ਪਰ ਹੁਣ ਅਸੀਂ ਬਹੁਤ ਜਲਦੀ SHO ਦੀ ਮਦਦ ਲੈ ਕੇ ਜਿੰਨੀਆਂ ਵੀ ਰੇਹੜੀਆਂ ਹੈਗੀਆਂ ਦੁਕਾਨਾਂ ਮੂਹਰੇ, ਕਿਸੇ ਦੁਕਾਨਾਂ ਨੇ ਮੂਹਰੇ ਜਿਹੜੇ ਵੀ ਅੱਗੇ ਕੁਝ ਵੀ ਖੜਾਇਆ ਉਹ ਸਭ ਚੁਕਾਵਾਂਗੇ। ਸਰ, ਜਦੋਂ ਵੀ ਨਗਰ ਕੌਂਸਲ 'ਚ ਤੁਹਾਡੀ ਕਮੇਟੀ ਬਣੀ ਹੈ ਉਦੋਂ ਤੋਂ ਕਿਹੜੇ ਕੰਮ ਹੈ ਜਿਹੜੇ ਨਵੇਂ ਗਰਾਊਂਡ ਦੇ ਵਿੱਚ ਤੁਹਾਡੇ ਵੱਲੋਂ ਕਰਵਾਏ ਗਏ? ਆਪਣੇ ਵੱਲੋਂ ਵੀਰ ਜੀ ਗਲੀਆਂ ਦੇ ਜਿੰਨੀਆਂ ਵੀ ਗਲੀਆਂ ਰਹਿੰਦੀਆਂ ਸੀਗੀਆਂ 5 ਕਰੋੜ ਦੇ ਕੰਮ ਸੀਗੇ ਜਿਹੜੇ ਉਹ ਗਲੀਆਂ ਨਾਲੀਆਂ ਦੇ ਉਹ ਬਣਾਏ। ਤਿੰਨ ਟਿਊਬਲ ਲੱਗ ਗਏ ਵੀਰ ਜੀ। ਉਹ ਤੋਂ ਬਾਅਦ ਕਿੰਨੇ ਕੁ ਪਾਰਕ ਹੈ ਜਿਹੜੇ ਨਵੇਂ ਗਰਾਊਂਡ ਦੇ ਵਿੱਚ ਬਣਾਏ ਗਏ? ਪਾਰਕ ਵਾਸਤੇ ਵੀਰ ਜੀ ਕੋਈ ਜਗ੍ਹਾ ਨਹੀਂ ਨਵੇਂ ਗਰਾਊਂਡ ਦੇ ਵਿੱਚ। ਇੱਥੇ ਜਿਹੜੇ ਵੀ ਨੁਮਾਇੰਦਗੀ ਕਰਕੇ ਗਏ ਆ ਪਹਿਲੇ, ਚਾਹੇ ਕੋਈ ਮੰਤਰੀ ਸੀਗਾ ਪਹਿਲੇ, ਉਹ ਨਵੇਂ ਦੀ ਜਿੰਨੀ ਵੀ ਜ਼ਮੀਨ ਸੀਗੀ ਉਹਨਾਂ ਲੋਕਾਂ ਨੇ ਹੜੱਪੀ ਹੈ। ਉਹਦੇ ਕਰਕੇ ਅੱਜ ਨਵਾਂ ਕਮੇਟੀ ਕੋਲ ਇੱਕ ਮਰਲਾ ਜ਼ਮੀਨ ਨਹੀਂ ਹੈਗੀ। ਸਾਨੂੰ ਟਰਾਂਸਫਾਰਮਰ ਵੀ ਲਾਉਣਾ ਪਵੇ ਤਾਂ ਵੀ ਮਿਹਨਤ ਕਰਨੀ ਪੈਂਦੀ ਹੈ, ਟਿਊਬਵੈੱਲ ਲਾਉਣਾ ਹੋਏ ਤਾਂ ਵੀ ਮਿਹਨਤ ਕਰਕੇ ਕਿਆ ਕਿੱਥੋਂ ਮੁੱਲ ਖਰੀਦ ਗਏ ਤਾਂ ਸਾਨੂੰ ਉੱਥੇ ਟਿਊਬਵੈੱਲ ਲਾਉਣਾ ਪੈਂਦਾ। ਨਵਾਂ ਪਾਣੀ ਜਾ ਸਕਦਾ ਵੀ ਜਿਹੜੇ ਕੋਈ ਸਾਬਕਾ ਮੰਤਰੀ ਸੀਗੇ ਉਹ ਕੱਢੇ ਬੀਜ ਕੇ ਤੁਹਾਡੇ ਵਾਸਤੇ? ਬਿਲਕੁਲ ਜੀ, ਬਿਲਕੁਲ।
ਤੇ ਉਹਦਾ ਹੁਣ ਹੱਲ ਕਿਸ ਤਰ੍ਹਾਂ ਕਰੋਗੇ, ਕਿਉਂਕਿ ਟਾਈਮ ਪੀਰੀਅਡ ਤੁਹਾਡੇ ਕੋਲ ਬਹੁਤ ਹੱਲ ਤਾਂ ਇਹੀ ਹੈਗਾ, ਰਿਕੁਐਸਟ ਲੱਗੇ ਵੀ ਹੈਗੇ ਆ ਵੀ 2 MC ਇੱਕ ਤਾਂ ਸਾਨੂੰ ਮਿਲ ਜਾਣ, ਇੱਕ ਜਿਹੜਾ ਸਾਡਾ ਜਿਹੜੀ ਕਮੇਟੀ ਹੈ ਉਹਦਾ ਦਾਇਰਾ ਵਧਾ ਕੇ, ਜਿੱਦਾਂ ਪੜਚ ਹੈਗਾ, ਸਿਉਂਕੇ ਪਿੰਡ ਹੈਗਾ, ਕਰੌਰਾ ਹੈਗੀ ਆ, ਜਿਹੜੀ ਉੱਥੇ ਦੀ ਸ਼ਾਮਲਾਤ ਜ਼ਮੀਨ ਹੈ ਉਹ ਸਾਨੂੰ ਮਿਲ ਸਕਦੀ ਹੈ। ਫਿਰ ਇੱਥੇ ਟਰੀਟਮੈਂਟ ਪਲਾਂਟ ਵੀ ਲੱਗ ਸਕਦਾ ਹੈ। ਸਾਡੇ ਜਿਹੜੇ ਟਰੀਟਮੈਂਟ ਪਲਾਂਟ ਦੇ ਸੀਵਰ ਦੇ ਪੈਸੇ ਸੀਗੇ, ਇੱਥੇ ਪ੍ਰਕਾਸ਼ ਸਿੰਘ ਬਾਦਲ ਆਏ ਸੀਗੇ ਪਹਿਲੇ, ਉਹਨਾਂ ਨੇ 13 ਕਰੋੜ ਰੁਪਏ ਦਿੱਤਾ ਸੀਗਾ ਪਹਿਲੀ ਕਿਸ਼ਤ, ਪਰ ਉਹ ਜਿੱਥੇ ਬਣਾਉਣਾ ਸੀਗਾ ਉੱਥੇ ਲੋਕਾਂ ਨੇ ਘਰ ਬਣਾ ਕੇ, ਫਿਰ ਉਹ ਲੋਕੀ ਸਟੇ ਲਿਆਏ, ਉਹਦੇ ਕਰਕੇ ਜਿਹੜਾ ਸਾਡਾ ਸੀਵਰੇਜ ਦਾ ਕੰਮ ਵੱਧ ਵਿਚਾਲੇ ਪਿਆ। ਨਵਾਂ ਗਰਾਉਂ ਦੇ ਲੋਕ ਪਾਣੀ ਦੇ ਨਾਲ ਬਹੁਤ ਰਹਿੰਦੇ ਕਿ ਪਾਣੀ ਨਹੀਂ ਆਉਂਦਾ, ਬਹੁਤ ਜ਼ਿਆਦਾ ਮੁਸ਼ਕਲਾਂ ਨੇ, ਲਗਾਤਾਰ ਸ਼ਿਕਾਇਤਾਂ ਨੇ ਨਵਾਂ ਗਰਾਉਂ ਵਿੱਚ। ਕਾਰਨ ਪਾਣੀ ਵੀਰ ਜੀ ਇਹੀ ਦਿੱਕਤ ਆ ਰਹੀ ਹੈਗੀ ਆ ਵੀ ਇੱਕ ਤਾਂ ਸਾਡੇ ਹੈਂਡਓਵਰ ਨਹੀਂ ਹੈਗਾ, ਪਾਣੀ ਕਮੇਟੀ ਦੇ ਅੰਡਰ ਨਹੀਂ ਹੈਗਾ, ਪਰ ਫਿਰ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਹੁਣ 3 ਟਿਊਬਵੈੱਲ ਲੱਗ ਗਏ, 2 ਟਿਊਬਵੈੱਲਾਂ ਦਾ ਕੰਮ ਚੱਲਦਾ ਪਿਆ। ਸਾਬਕਾ ਸਰ ਮੰਤਰੀ ਸੀਗੇ, ਉਹਨਾਂ ਵੱਲੋਂ ਇੱਥੇ ਲੋਕਾਂ ਨੂੰ ਸੁਪਨੇ ਦਿਖਾਏ ਗਏ ਸੀਗੇ ਵੀ ਇੱਥੇ ਕਜੋਲੀ ਵਾਟਰ ਲਿਆਂਦਾ ਜਾਊਗਾ, ਉਸ ਬਾਰੇ ਸਰ ਕੋਈ ਪ੍ਰੋਜੈਕਟ ਹੈ ਜੀ? ਕੁਛ ਨਹੀਂ ਹੈਗਾ ਜੀ, ਨਾ ਕੁਛ ਕੀਤਾ ਜੀ, ਨਾ ਸਾਬਕਾ ਨੇ ਨਾ ਮੌਜੂਦਾ ਨੇ। ਨਵੇਂ ਗਰਾਉਂ ਕਮੇਟੀ 'ਚ 1 ਰੁਪਈਆ ਨਹੀਂ ਦਿੱਤਾ, ਬਲਕਿ ਕਾਂਗਰਸ ਸਰਕਾਰ ਨੇ ਸਾਡੇ ਬਿਜਲੀ ਦੇ ਬਿੱਲ ਮਾਫ ਕੀਤੇ ਸੀਗੇ ਟਿਊਬਵੈੱਲਾਂ ਦੇ। ਇਹ ਸਰਕਾਰ ਨੇ ਸਾਤੋਂ 87 ਲੱਖ ਰੁਪਇਆ ਉਹ ਵੀ ਚੈੱਕ ਜਿਹੜਾ ਉਹ ਵਾਪਸ ਮੰਗਵਾ ਲਿਆ ਸਾਤੋਂ। ਦੇਣੇ ਦਾ ਕੀ ਸੀ, ਸਾਤੋਂ ਮਤਲਬ 87 ਲੱਖ ਰੁਪਏ ਦਾ ਚੈੱਕ ਅਸੀਂ ਵਾਪਸ ਕੀਤਾ। ਹਲਕੀ ਜੀ ਬਾਰਿਸ਼ ਦੇ ਨਾਲ ਹੀ ਨਵਾਂ ਗਰਾਉਂ ਪੂਰਾ ਇੱਕ ਨਦੀਆਂ ਵਰਗਾ ਮਾਹੌਲ ਬਣ ਜਾਂਦਾ ਹੈ ਜੀ, ਉਸ ਨੂੰ ਨਜਿੱਠਣ ਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ? ਉਦੋਂ ਵੀਰ ਜੀ ਆਹੀ ਸੀਗਾ, ਇੱਕ ਜਿਹੜੀ ਪਹਿਲਾਂ ਪ੍ਰਧਾਨ ਸੀਗਾ ਉਹਦੀ ਗਲਤੀ ਕਰਕੇ ਸਾਰਾ ਪਾਣੀ ਕੁਡਾਲੀ ਸ਼ੇਰ ਤੱਕ ਦਾ ਜਿੰਨਾ ਵੀ ਆਉਂਦਾ ਸੀਗਾ ਉਹ ਜਨਤਾ ਕਲੋਨੀ ਵੱਲ ਨੂੰ ਕਰਤਾ ਉਹਨਾਂ ਨੇ। ਪਰ ਆਪਾਂ ਉਹਦਾ ਐਸਟੀਮੇਟ ਬਣਾ ਕੇ ਨਵੇਂ ਸਿਰਿਓਂ ਜਿੱਦਣ ਵੀ ਸਾਡੇ ਕੋਲ ਬੰਦੇ ਪੂਰੇ ਹੋ ਗਏ ਐਸਟੀਮੇਟ ਪਾ ਕੇ ਉਹ ਜਲਦੀ ਉਹਨੂੰ ਬਣਾਵਾਂਗੇ। ਨਵਾਂ ਗਰਾਉਂ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਨਜਾਇਜ਼ ਉਸਾਰੀਆਂ ਹੋ ਰਹੀਆਂ ਨੇ, ਉਹਨਾਂ ਨੂੰ ਕਿਵੇਂ ਰੋਕਦੀ ਹੋਈ ਕਮੇਟੀ? ਨਜਾਇਜ਼ ਉਸਾਰੀਆਂ ਬਿਲਕੁਲ ਵੀਰ ਜੀ ਹੋ ਰਹੀਆਂ, ਨਜਾਇਜ਼ ਉਸਾਰੀਆਂ, ਪਰ ਕੋਸ਼ਿਸ਼ ਕਰਦੇ ਹਾਂ, ਮੁਲਾਜ਼ਮ ਜਾਂਦੇ ਆ, ਭੇਜੀ ਦੇ ਹੈਗੇ ਆ। ਸਰ ਜੇਕਰ ਤੁਹਾਡੀ ਟੀਮ 'ਚ 2 ਮੈਂਬਰ ਨਹੀਂ ਐਡ ਹੁੰਦੇ ਤਾਂ ਕੀ ਲੋਕਾਂ ਦਾ ਕੀ ਨੁਕਸਾਨ ਹੋ ਰਿਹਾ, ਉਹਦਾ ਕੌਣ ਜ਼ਿੰਮੇਵਾਰ ਹੋਵੇਗਾ? ਨੁਕਸਾਨ ਤਾਂ ਵੀਰ ਜੀ ਪਬਲਿਕ ਦਾ ਹੀ ਹੋ ਰਿਹਾ, ਸਾਰਿਆਂ ਦਾ ਹੀ ਹੋ ਰਿਹਾ। ਜਿਹੜੇ ਬੰਦੇ ਲੋਕਾਂ ਨੇ ਜਿਹੜਿਆਂ ਨੂੰ ਚੁਣਿਆ ਉਹਨਾਂ ਨੂੰ ਚਾਹੀਦਾ ਹੈ ਵੀ ਰਲ ਮਿਲ ਕੇ ਜਿਹੜਾ ਵਿਕਾਸ ਹੈ ਉਹ ਏਰੀਆ ਦਾ ਕਰਾਉਣਾ ਚਾਹੀਦਾ ਹੈ। ਉਹ ਨਿੱਜੀ ਰੰਜਿਸ਼ਾਂ ਕੱਢਣ ਕਰਕੇ ਸਰਦਾਰ ਜਗਮੋਹਨ ਸਿੰਘ ਕੰਗ ਜਿੱਦਣ ਵੀ ਮੀਟਿੰਗ ਹੁੰਦੀ ਹੈ ਉਸੇ ਦਿਨ ਉਹ ਆਪਣੇ ਘਰੇ ਬੁਲਾ ਲੈਂਦਾ ਹੈ। ਘਰੇ ਬੁਲਾ ਕੇ ਸਾਰੇ ਜਿੰਨੇ ਵੀ ਚਾਹੇ BJP ਵਾਲੇ ਆ, ਚਾਹੇ ਕਾਂਗਰਸੀ ਆ, ਚਾਹੇ ਕੋਈ ਆਮ ਆਦਮੀ ਪਾਰਟੀ ਵਾਲੇ MC ਹੈਗੇ ਆ, ਉਹਨਾਂ ਨੂੰ ਕਹਿੰਦਾ ਵੀ ਇਹ ਕੰਮ ਪਾਸ ਨਹੀਂ ਕਰਨੇ। ਬਾਅਦ 'ਚ ਖਬਰਾਂ ਲਵਾਉਂਦਾ ਹੈ ਵੀ ਪ੍ਰਧਾਨ ਕੰਮ ਨਹੀਂ ਕਰਨ ਦਿੰਦਾ। ਇਹ ਗੰਦੀ ਰਾਜਨੀਤੀ ਖੇਡੀ ਜਾ ਰਹੀ ਹੈ ਵੀਰ ਜੀ। ਹਾਂਜੀ, ਤੁਹਾਡਾ ਕਹਿਣ ਦਾ ਮਤਲਬ ਜਿਹੜੇ BJP ਦੇ ਕਾਉਂਸਲਰ ਜਿੱਥੇ ਹੋਏ ਨੇ ਉਹ ਵੀ ਜਗਮੋਹਨ ਸਿੰਘ ਕੰਗ ਦੇ ਨਾਲ ਚੱਲ ਰਹੇ ਨੇ? ਇਸ ਮਾਮਲੇ 'ਤੇ ਇਕੱਠੇ ਹੋ ਜਾਂਦੇ ਸਾਰੇ ਜੀ। ਆਮ ਆਦਮੀ ਪਾਰਟੀ ਦੇ ਮੰਤਰੀ ਭਗਵੰਤ ਮਾਨ ਨਾਲ ਤੁਹਾਡਾ ਕਿਵੇਂ ਰਾਬਤਾ ਕਿਵੇਂ ਹੈ ਕਿ ਵਿਕਾਸ ਨੂੰ ਲੈ ਕੇ? ਉਹ ਉਹਨਾਂ ਨਾਲ ਮੇਰੀ ਹਜੇ ਤੱਕ ਕੋਈ ਮੀਟਿੰਗ ਹੋ ਨਹੀਂ ਸਕੀ, ਕਦੇ ਮੇਲ ਹੋਏ ਨਹੀਂ ਜੀ। 1-2 ਵਾਰੀ ਕੋਸ਼ਿਸ਼ ਕਰੀ ਹੈ, ਕੋਸ਼ਿਸ਼ ਵੀ ਨਹੀਂ ਕਰੀ ਕਰਨ? 1-2 ਵਾਰੀ ਕੋਸ਼ਿਸ਼ ਕਰੀ ਹੈ, ਨਹੀਂ ਫੋਨ ਚੱਕਿਆ ਉਹਨਾਂ ਨੇ, ਤਾਂ ਬਾਕੀ ਦੇਖਦੇ ਹਾਂ ਕੀ ਬਣਦਾ। ਲੇਕਿਨ ਜਨਤਾ ਸਰ ਨਵਾਂ ਗਰਾਉਂ ਜਾਣਨਾ ਚਾਹੁੰਦੀ ਹੈ, ਕਹਿੰਦੀ ਜੀ ਕਾਉਂਸਲਰ ਦੀ ਆਪਣੀ ਗੁੱਟਬੰਦੀ ਕਰਕੇ, ਕਾਉਂਸਲਰਾਂ ਦੀ ਗੁੱਟਬੰਦੀ ਕਰਕੇ ਨਵਾਂ ਗਰਾਉਂ ਦੇ ਕਸਬੇ ਦਾ ਨੁਕਸਾਨ ਕਿਉਂ ਹੋ ਰਿਹਾ ਜੀ? ਉਸਨੂੰ ਕਦੋਂ ਲੀਹਾਂ ਤੇ ਲਿਆਂਦਾ ਜਾਏਗਾ? ਭਾਜੀ ਕੋਸ਼ਿਸ਼ ਕਰ ਰਹੇ ਹਾਂ, 2 ਬੰਦਿਆਂ ਦੀ ਲੋੜ ਹੈ। ਬੰਦੇ ਤਾਂ ਪੂਰੇ ਸੀਗੇ ਸਾਡੇ ਕੋਲੇ, ਪਰ ਦੂਸਰੀ ਪਾਰਟੀ ਵਾਲੇ ਨੇ ਜਿੱਦਾਂ ਸਰਕਾਰ ਨਹੀਂ ਹੈ ਆਪਣੀ ਲਾਲਚ ਦੇ ਗਏ ਵੀ ਤੈਨੂੰ ਪ੍ਰਧਾਨ ਬਣਾ ਦਿੰਦੇ ਆ, ਉਹ 2 ਬੰਦੇ ਸਾਡੇ ਚੋਂ ਖਿਸਕ ਗਏ, ਇਸ ਕਰਕੇ ਨੁਕਸਾਨ। ਬਾਕੀ ਸਾਡੀ ਕੋਸ਼ਿਸ਼ ਪੂਰੀ ਹੈ, ਕਿਸੇ ਨਾ ਕਿਸੇ ਤਰੀਕੇ ਨਾਲ 2 ਬੰਦੇ ਸਾਡੇ ਕੋਲ ਜ਼ਰੂਰ ਆ ਜਾਣ। ਹਾਂਜੀ, ਕੀ ਪਲਾਨ ਤੁਹਾਡੇ ਨਵਾਂ ਗਰਾਉਂ ਵਾਸਤੇ ਵਿਕਾਸ ਨੂੰ ਲੈ ਕੇ? ਵਿਕਾਸ ਨੂੰ ਕੰਮ ਭਾਜੀ ਨਵੇਂ ਗਰਾਉਂ ਦੀ ਡਿਵੈਲਪਮੈਂਟ ਸਾਰੀ, ਸਭ ਤੋਂ ਪਹਿਲਾਂ ਸੀਵਰੇਜ, ਪਾਣੀ, 2 ਡਿਮਾਂਡਾਂ ਨਵੇਂ ਗਰਾਉਂ ਦੀਆਂ ਸਭ ਤੋਂ ਵੱਡੀਆਂ। ਜਿੱਦਣ ਵੀ ਮਹਾਰਾਜ ਕਿਰਪਾ ਕਰੇਗਾ 2 ਬੰਦੇ ਮੇਰੇ ਹੱਥ ਲੱਗ ਗਏ, ਬਹੁਤ ਜਲਦੀ ਹੱਲ ਕਰਕੇ ਕਰਾਂਗੇ। ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜੇ MCਆਂ ਨੂੰ ਤੁਸੀਂ ਬਣਾਇਆ, ਤੁਸੀਂ ਵੋਟਾਂ ਪਾਈਆਂ, ਉਹਨਾਂ ਨੂੰ ਤੁਹਾਡਾ ਫਰਜ਼ ਬਣਦਾ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਤੁਹਾਨੂੰ ਡਿਵੈਲਪਮੈਂਟ ਏਰੀਆ ਦੀ ਡਿਵੈਲਪਮੈਂਟ ਕਰਾਉਣ ਵਾਸਤੇ ਬਣਾਇਆ, ਨਾ ਕਿ ਰੁਕਾਉਣ ਵਾਸਤੇ। ਇਸ ਤੋਂ ਬਾਅਦ ਥੋੜ੍ਹਾ ਦਿਨ ਵੇਟ ਕਰਾਂਗੇ, ਇਕੱਲੇ ਵਾਰਡ 'ਚੋਂ 50-100 ਬੰਦਾ ਹਰ ਇੱਕ ਵਾਰਡ 'ਚੋਂ ਉਹਨਾਂ ਦੇ ਘਰੇ ਜਾਊਗਾ, ਚਾਹੇ ਆਪਣੀ ਮਰਜ਼ੀ ਨਾਲ ਲੋਕ ਕੁਛ ਨਾ ਕੁਛ ਕਰਨਗੇ, ਉਹ ਤੋਂ ਬਾਅਦ ਕੋਈ ਨਾ ਕੋਈ ਮਸਲਾ ਹੱਲ ਹੋ ਜਾਏਗਾ ਫਿਰ ਜੀ ਜ਼ਰੂਰ। ਸਰਕਾਰਾਂ ਦੁਆਰਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਜੀ? ਕਿਉਂਕਿ ਬੇਸ਼ੱਕ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ, ਤੁਹਾਡੀ ਅਕਾਲੀ ਦਲ ਦੀ ਕੌਂਸਲ ਬਣੀ ਹੋਈ ਹੈ, ਕਿਸ ਤਰ੍ਹਾਂ ਦਾ? ਫਿਲਹਾਲ ਹਜੇ ਤੱਕ ਕੋਈ ਕਮੇਟੀ ਨੂੰ ਕੋਈ ਪੈਸਾ ਨਹੀਂ ਆਇਆ ਕਿਸੇ ਸਰਕਾਰ ਵੱਲੋਂ, ਬਲਕਿ ਸਾਡਾ ਮੈਂ ਦੱਸਿਆ 87 ਲੱਖ ਰੁਪਏ ਵੀ ਸਾਡੇ ਕੋਲੋਂ ਚਲਾ ਗਿਆ ਇੱਥੋਂ ਕਮੇਟੀ 'ਚੋਂ, ਜਿਹੜਾ ਪਿਛਲੀ ਸਰਕਾਰ ਕਾਂਗਰਸ ਸਰਕਾਰ ਨੇ ਮਾਫ ਕੀਤਾ।
ਨਾਮ ਦੀਆਂ ਸੜਕਾਂ ਵੀ ਬਣੀਆਂ ਨੇ ਇੱਥੇ, ਹਾਂਜੀ। ਤੇ ਹੁਣ ਫਿਰ ਅੱਗੇ ਦਾ ਕੀ ਰਣਨੀਤੀ ਹੈ ਜੀ? ਹੁਣ ਰਣਨੀਤੀ ਬਣ ਰਹੀ ਹੈ ਭਾਜੀ। ਤੁਹਾਨੂੰ ਦੱਸਿਆ ਤਾਂ ਹੈ ਵੀ ਜਿਹੜੀ 5 ਕਰੋੜ ਰੁਪਏ ਦੇ ਆਪਣੇ ਕੰਮ ਪਹਿਲਾਂ ਪਾਸ ਕੀਤੇ ਸੀਗੇ, ਪਹਿਲਾਂ ਕਰੋਨੇ ਕਰਕੇ ਮੀਟਿੰਗ ਲੇਟ ਹੋ ਗਈ। ਉਸ ਤੋਂ ਬਾਅਦ ਇੱਕ ਮੀਟਿੰਗ ਸੱਦੀ ਸੀ, ਉਹਦੇ ਜਿੰਨੇ ਵੀ 5 ਕਰੋੜ ਦੇ ਕੰਮ ਸੀਗੇ ਉਹ ਸਾਰੇ ਸੜਕਾਂ ਜਿਹੜੀਆਂ ਬਣੀਆਂ ਲੋਕਾਂ ਦੀਆਂ। ਸਰ, ਨਵਾਂ ਗਰਾਉਂ ਦੇ ਵਿੱਚ ਜੇਕਰ ਵਿਕਾਸ ਦੇ ਕੰਮਾਂ ਦੀ ਗੱਲ ਕਰੀਏ ਤਾਂ ਕਾਫੀ ਗਰੋਥ ਨਜ਼ਰ ਆ ਰਹੀ ਹੈ, ਕੀ ਰੀਜ਼ਨ ਮੰਨਦੇ ਹੋ? ਸਰ, ਨਵੇਂ ਗਰਾਉਂ ਦੇ ਵਿੱਚ ਪਿਛਲੇ 1.5 ਸਾਲ ਹੋ ਗਏ ਇੱਥੇ ਨਗਰ ਕੌਂਸਲ ਜੋ ਬਣੀ ਸੀ ਅਕਾਲੀ ਦਲ ਦੀ ਬਣੀ ਸੀ, ਪਰ ਅਕਾਲੀ ਦਲ ਦੀ ਨਗਰ ਕੌਂਸਲ ਬਣਨ ਤੋਂ ਬਾਅਦ ਜਿਹੜਾ ਪ੍ਰਧਾਨ ਉਹਨਾਂ ਦਾ ਚੁਣਿਆ ਗਿਆ ਸੀ ਉਹਨੇ ਕੋਈ ਵਧੀਆ ਵਿਕਾਸ ਦਾ ਕੰਮ ਨਹੀਂ ਕੀਤਾ, ਜਿਸ ਕਰਕੇ ਉਹਨਾਂ ਦੀ ਵਿਰੋਧ ਹੋ ਰਿਹਾ ਹੈਗਾ। ਕਾਰਨ ਇਹ ਸੀਗਾ ਵੀ ਉਹਨਾਂ ਕੋਲ ਜੋ ਬੰਦੇ ਸੀ 11 ਸੀਗੇ, ਪਰ ਉਹਨਾਂ ਨੇ ਆਪਣੇ ਬੰਦਿਆਂ ਦਾ ਹੀ ਵਿਕਾਸ ਦਾ ਕੰਮ ਨਹੀਂ ਕੀਤਾ, ਵਿਰੋਧੀ ਧਿਰ ਦਾ ਕਿੱਥੇ ਕਰਨਾ ਸੀ। ਉਸ ਕਰਕੇ ਉਹਨਾਂ ਦੇ ਕੋਲੋਂ ਬੰਦੇ ਟੁੱਟੇ ਹੋਏ ਨੇ, ਅਤੇ ਜੋ ਉਹਨਾਂ ਨੇ ਕੰਮ ਪਾਉਂਦੇ ਨੇ ਪ੍ਰੋਪਰ ਤਰੀਕੇ ਨਾਲ ਕਰਾ ਨਹੀਂ ਰਹੇ। ਨਾ ਹੀ ਕੋਈ ਕੰਮ ਸ਼ੁਰੂ ਕਰਦੇ ਨੇ, ਨਾ ਹੀ ਕੋਈ ਇੱਦਾਂ ਦਾ ਜਾ ਕੇ ਗੇੜਾ ਮਾਰ ਕੇ ਵਾਰਡ ਦੇ ਵਿੱਚ ਉਹਨਾਂ ਦੀ ਮੁਸ਼ਕਿਲਾਂ ਦਾ ਪਤਾ ਲੱਗਦਾ। ਉਹਨਾਂ ਨੂੰ ਆਪ ਬੈਠੇ ਨੇ ਆਪਣੇ ਘਰੇ ਆਰਾਮ ਨਾਲ, ਨਾ ਉਹਨਾਂ ਨੂੰ ਨਵੇਂ ਗਰਾਉਂ ਦੀ ਪੀੜਾ ਦਾ ਪਤਾ ਹੈਗਾ ਕੀ ਚੱਲ ਰਹੀ ਕੀ ਨਹੀਂ, ਨਾ ਉਹਨਾਂ ਨੂੰ ਲੋਕਾਂ ਦਾ ਪਤਾ ਹੈਗਾ ਕੀ ਚੱਲ ਰਿਹਾ ਕੀ ਨਹੀਂ, ਅਤੇ ਉਹ ਸਿਰਫ ਵਿਰੋਧ ਕਰ ਸਕਦੇ, ਹੋਰ ਕੁਛ ਨਹੀਂ। ਤੁਹਾਡੀ ਵਾਈਫ ਸਰ ਸਾਬਕਾ ਪ੍ਰਧਾਨ ਰਹਿ ਚੁੱਕੇ ਆ ਨਗਰ ਕੌਂਸਲ ਦੇ ਨਗਰ ਗਰਾਉਂ ਦੇ, ਤੇ ਉਹਨਾਂ ਵੱਲੋਂ ਕਿਹੜੇ ਕੰਮ ਹੈ ਜਿਹੜੇ ਨਗਰ ਗਰਾਉਂ ਦੇ ਕੀਤੇ ਗਏ ਸੀ? ਸਰ, ਤਕਰੀਬਨ 80% ਜੋ ਗਲੀਆਂ ਦਾ ਕੰਮ ਸੀ ਫਾਈਨਲ ਹੋ ਗਿਆ। ਸੀਵਰੇਜ ਨਾ ਪੈਣ ਕਰਕੇ ਥੋੜ੍ਹੀ ਜਿਹੀ ਦਿੱਕਤ ਆਉਂਦੀਆਂ ਸੀਗੀ ਪਾਣੀ ਦੀ, ਜੋ ਡਰੇਨੇਜ ਦਾ ਪਾਣੀ ਹੈ ਕਿਤੇ ਓਵਰਫਲੋ ਹੋ ਕੇ ਚੱਲਦਾ, ਪਰ ਉਹਨਾਂ ਦੇ ਜਿਹੜੇ ਟਰਮ ਖਤਮ ਹੋਏ ਨੂੰ ਵੀ 2.5 ਸਾਲ ਹੋ ਚੁੱਕੇ ਨੇ। ਫਰਵਰੀ 2020 ਦੇ ਵਿੱਚ ਉਹਨਾਂ ਦੀ ਟਰਮ ਖਤਮ ਹੋ ਗਈ ਸੀ। ਉਸ ਟਾਈਮ ਤੱਕ ਨਵੇਂ ਗਰਾਉਂ ਦੇ ਬੱਚੇ ਨੂੰ ਪਤਾ, ਜਿਹੜੇ ਉਸ ਟਾਈਮ ਦੀ ਪ੍ਰਧਾਨਗੀ ਦੇ ਹੇਠ ਕੰਮ ਕੀਤੇ ਹੋਏ ਨੇ, ਹਰ ਇੱਕ ਨੂੰ ਪਤਾ, ਹਰ ਇੱਕ ਪੱਤਰਕਾਰਾਂ ਨੂੰ ਪਤਾ। ਪਰ ਜੋ ਅੱਜ 2.5 ਸਾਲ ਤੋਂ ਇੱਥੇ ਕੁਛ ਨਹੀਂ ਹੋ ਰਿਹਾ, ਉਹਦਾ ਵੀ ਲੋਕਾਂ ਨੂੰ ਪਤਾ। ਇਸੇ ਕਰਕੇ ਉਹ ਇੰਨੇ ਜ਼ਿਆਦਾ ਲੋਕ ਵਿਰੋਧ ਕਰਕੇ ਉਹਦੇ ਖਿਲਾਫ ਹੋਏ ਹੋਏ ਨੇ। ਨਗਰ ਕੌਂਸਲ ਦੀਆਂ ਕਿੰਨੀਆਂ ਮੀਟਿੰਗਾਂ ਹੈਗੀਆਂ ਪਿਛਲੇ 14 ਮਹੀਨੇ 'ਚ ਹੋ ਚੁੱਕੀਆਂ? ਪਿਛਲੇ 14 ਮਹੀਨੇ ਨਹੀਂ ਸਰ, ਤੁਸੀਂ ਇੱਥੇ ਥੋੜ੍ਹੇ ਜਿਹੇ ਹੋਏ 15 ਤੋਂ 17 ਮਹੀਨੇ ਹੋ ਚੁੱਕੇ ਨੇ ਨਗਰ ਕੌਂਸਲ ਬਣੀ ਨੂੰ, ਜਿਹਦੇ ਵਿੱਚ ਵਿਕਾਸ ਦੀਆਂ ਸਿਰਫ 3 ਮੀਟਿੰਗਾਂ ਹੋਈਆਂ ਵਿਕਾਸ ਕਾਰਜਾਂ ਵਾਸਤੇ, ਜੋ ਕਿ ਪਹਿਲੀ ਮੀਟਿੰਗ ਅਸੀਂ ਸਰਬਸੰਮਤੀ ਨਾਲ ਸਾਰੇ ਕੰਮ ਪਾਸ ਕਰਤੇ ਸੀ। ਪਰ ਮਾੜੀ ਨੀਤ ਕਰਕੇ ਉਹਨਾਂ ਨੇ ਜੋ ਕੰਮ ਪਾਸ ਕੀਤੇ ਸੀ ਉਹ ਅਜੇ ਤੱਕ ਵੀ ਪੈਂਡਿੰਗ ਪਏ ਨੇ, ਉਹ ਕੰਮ ਲਾਏ ਨਹੀਂ ਹੈ। ਨਾ ਹੀ ਉਹਨਾਂ ਦੇ ਕੋਈ ਕਿਤੇ ਉਦਘਾਟਨ ਕਰਨ ਵਾਸਤੇ ਗਏ, ਨਾ ਹੀ ਕੋਈ ਕੰਮ ਸ਼ੁਰੂ ਕਰਾਇਆ ਉਹਨਾਂ ਨੇ। ਇਸ ਕਰਕੇ ਅਸੀਂ ਉਸ ਤੋਂ ਬਾਅਦ ਜਿਹੜੀਆਂ 2 ਮੀਟਿੰਗਾਂ ਸੀਗੀਆਂ ਉਹ ਰੱਦ ਕਰਾਈਆਂ ਨੇ। ਇੱਥੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਵੀ MCA ਦੇ ਘਰੇ ਜਾ ਕੇ ਪੱਥਰ ਮਾਰੋ, ਸਾਡੀ ਮੀਟਿੰਗਾਂ ਨਹੀਂ ਪਾਸ ਕਰਦੇ, ਸਾਡੇ ਕੰਮ ਨਹੀਂ ਪਾਸ ਕਰਨ ਦਿੰਦੇ। ਇਹ ਉੱਥੇ ਲੋਕ ਬੜੇ ਜ਼ਿਆਦਾ, ਉਹਨਾਂ ਨੂੰ ਵੀ ਪਤਾ ਹੈਗਾ। ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਆਪਾਂ ਇੱਥੇ ਮੀਟਿੰਗ ਰੱਦ ਕਰਨ ਦਾ ਕਾਰਨ ਇਹ ਸੀ, ਸਾਡੀ ਨਗਰ ਕੌਂਸਲ ਦਾ ਜੋ ਬਜਟ ਹੈ ਵਿਕਾਸ ਕਾਰਜਾਂ ਵਾਸਤੇ ਉਹ 4 ਤੋਂ 5 ਕਰੋੜ ਦਾ ਬਜਟ ਹੈ। ਪਰ ਜਦੋਂ ਇੱਕ ਮੀਟਿੰਗ ਦੇ ਵਿੱਚ 25-25 30 ਕਰੋੜ ਦਾ ਕੰਮ ਪਾਸ ਕਰਾਉਣਾ ਤਾਂ ਉਹ ਗਲਤ ਹੋਏਗਾ, ਕਿਉਂਕਿ ਉਹਦੇ ਵਿੱਚ ਧਾਂਦਲੀ ਸੀ, ਸਾਨੂੰ ਪਤਾ ਸੀਗਾ। ਇਸ ਕਰਕੇ ਅਸੀਂ ਉਹ ਮੀਟਿੰਗ ਰਿਜੈਕਟ ਕਰਾਈਆਂ। 5-4 ਕਰੋੜ ਰੁਪਏ ਦੇ ਕੰਮ ਤਾਂ ਉਹ ਪਾਏ ਹੋਏ ਸੀ ਜਿਨ੍ਹਾਂ ਦਾ ਕੋਈ ਨਾਂ ਥੇ ਹੈ ਹੀ ਨਹੀਂ। 10 ਕਰੋੜ ਰੁਪਏ ਦੇ ਕੰਮ ਇੱਦਾਂ ਦੇ ਜੋ ਗਲੀਆਂ ਆਲਰੇਡੀ ਬਣ ਚੁੱਕੀਆਂ ਨੇ ਔਰ ਪੱਕੀਆਂ ਬਣੀਆਂ ਹੋਈਆਂ ਸਾਫ਼ ਸੁਥਰੀਆਂ ਗਲੀਆਂ ਨੇ, ਪਰ ਉਹ ਲੋਕਾਂ ਦੇ ਪੈਸੇ ਨੇ। 1-1 ਰੁਪਈਆ ਉੱਥੇ ਇਕੱਠਾ ਹੋ ਕੇ ਲੋਕਾਂ ਦਾ ਆਉਂਦਾ ਹੈਗਾ, ਪਤਾ ਨਹੀਂ ਕਿਵੇਂ ਟੈਕਸ ਲੋਕ ਆਪਣਾ ਭਰਦੇ ਨੇ। ਅਸੀਂ ਉਹਨੂੰ ਨਜਾਇਜ਼ ਨਹੀਂ ਹੋਣ ਦੇਵਾਂਗੇ। ਇਸ ਕਰਕੇ ਸਾਨੂੰ ਮਜਬੂਰਨ ਉਹ 2 ਮੀਟਿੰਗਾਂ ਦੇ ਜਿਹੜੇ ਵਿਕਾਸ ਕਾਰਜ ਸੀ ਰੱਦ ਕਰਨੇ ਪਏ। ਮੇਰੀ ਇੱਕੋ ਰਿਕੁਐਸਟ ਹੈ ਸਾਰੇ ਨਵੇਂ ਗਰਾਉਂ ਵਾਸੀਆਂ ਨੂੰ ਵੀ, ਪ੍ਰਧਾਨ ਨੂੰ ਜਾ ਕੇ ਪੁੱਛੋ ਵੀ ਕੰਮ ਕਿਉਂ ਨਹੀਂ ਹੁੰਦੇ। ਹਾਂ, ਅਸੀਂ ਕੰਮ ਪਾਸ ਕਰਾਉਣ ਨੂੰ ਵੀ ਤਿਆਰ ਹਾਂ ਸਾਰਾ ਕੁਛ ਕੰਮ 5-7 ਕਰੋੜ ਦੇ ਪਹਿਲੇ ਪੈਂਡਿੰਗ ਪਏ ਨੇ, ਜਿਨ੍ਹਾਂ ਦੇ ਟੈਂਡਰ ਵੀ ਲੱਗ ਚੁੱਕੇ ਨੇ, ਪਰ ਉਹ ਉਹਨਾਂ ਦੀ ਮਾੜੀ ਨੀਤ ਕਰਕੇ ਹਾਲੇ ਤੱਕ ਸ਼ੁਰੂ ਨਹੀਂ ਹੋ ਰਹੇ। ਜਿਸ ਦਿਨ ਉਹ ਕੰਮ ਸ਼ੁਰੂ ਕਰਾ ਦੇਣਗੇ, ਅਸੀਂ ਨੈਕਸਟ ਮੀਟਿੰਗ ਦੇ ਵਿੱਚ ਆਪਾਂ ਕੰਮ ਪਾਸ ਕਰਾ ਦਾਂਗੇ ਉਹਨਾਂ ਦਾ। ਆਪਸੀ ਲੜਾਈ ਦੇ ਵਿੱਚ ਜਿਹੜਾ ਲੋਕਾਂ ਦਾ ਨੁਕਸਾਨ ਹੋ ਰਿਹਾ ਉਹਦਾ ਜ਼ਿੰਮੇਵਾਰੀ ਕਿਹਦੀ ਹੈ? ਸਰ, ਸਾਡੀ ਲੜਾਈ ਆਪਸੀ ਕੋਈ ਨਹੀਂ, ਨਾ ਹੀ ਮੇਰਾ ਉਹਦੇ ਨਾਲ ਕੋਈ ਪਰਸਨਲੀ ਕਿਸੇ ਵੀ ਵਿਅਕਤੀ ਨਾਲ, ਨਾ ਹੀ ਪ੍ਰਧਾਨ ਨਾਲ ਮੇਰਾ ਪਰਸਨਲੀ ਕੋਈ ਲੜਾਈ ਨਹੀਂ ਹੈ। ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਮੇਰੀ ਲੜਾਈ ਸਿਰਫ ਵਿਕਾਸ ਵਾਸਤੇ ਹੈ। ਆਪਾਂ ਪਬਲਿਕ ਦੇ ਪੈਸਿਆਂ ਨੂੰ ਨਜਾਇਜ਼ ਨਹੀਂ ਲਾਣ ਦੇਣਾ। ਇਸ ਕਰਕੇ ਸਾਡੀ ਇਹ ਲੜਾਈ ਹੈ, ਹੋਰ ਸਾਡੀ ਪਰਸਨਲੀ ਕੋਈ ਲੜਾਈ ਨਹੀਂ ਹੈ। ਸਾਡਾ ਉਹਦੇ ਨਾਲ ਕੋਈ ਡੋਲ ਸਾਂਝੀ ਨਹੀਂ ਹੈ, ਕੋਈ ਕੁਛ ਨਹੀਂ ਹੈ। ਤੇ ਲੇਕਿਨ ਜਦੋਂ ਵਾਰ-ਵਾਰ ਉਹ ਕਹਿ ਰਹੇ ਨੇ, ਕਹਿੰਦੇ ਜੇਕਰ ਅਸੀਂ ਕੋਈ ਵਿਕਾਸ ਦੇ ਕੰਮ ਦੇ ਲਈ ਮਤਾ ਪਾਉਣ ਤੇ ਜਾਂਦੇ ਹਾਂ ਤਾਂ ਵਿਰੋਧੀ ਧਿਰ ਜਿਹੜੀ ਲਗਾਤਾਰ ਜਿਹੜੇ 13 ਕਾਉਂਸਲਰ ਇਕੱਠੇ ਹੋਏ ਨੇ, ਕਹਿੰਦੇ ਜੀ ਉਹ ਉਸ ਮਤੇ ਦੇ ਵਿਰੋਧ ਦੇ ਵਿੱਚ ਖੜ ਜਾਂਦੇ ਨੇ ਤੇ ਕੋਈ ਵੀ ਮਤਾ ਨਹੀਂ ਪਾਇਆ ਜਾ ਰਿਹਾ, ਜਿਸ ਦੇ ਨਾਲ ਨਵਾਂ ਗਰਾਉਂ ਦਾ ਨੁਕਸਾਨ ਹੋ ਰਿਹਾ। ਸਰ, ਤੁਸੀਂ ਸੂਝਵਾਨ ਪੱਤਰਕਾਰ ਹੋ, ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ। ਜੇ 13 ਕਾਉਂਸਲਰ ਇਕੱਠੇ ਹੋਏ ਨੇ ਤਾਂ ਉਹਦਾ ਕਾਰਨ ਵੀ ਪਤਾ ਕਰਨਾ ਚਾਹੀਦਾ ਪ੍ਰਧਾਨ ਨੂੰ ਵੀ, ਕਿਉਂ ਹੋਏ ਨੇ ਮੇਰੇ ਖਿਲਾਫ। ਜਿੱਥੇ ਕਿ 11 ਤਾਂ ਉਹਦੇ ਕੋਲ ਆਲਰੇਡੀ ਸੀ, ਹੁਣ 8 ਹੈਗੇ ਨੇ। ਉਹਦਾ ਕਾਰਨ ਪਤਾ ਹੋਣਾ ਚਾਹੀਦਾ ਵੀ ਮੇਰੇ ਕੋਲੋਂ ਕਿਉਂ ਟੁੱਟ ਕੇ ਗਏ ਨੇ, ਕਿਉਂਕਿ ਉਹਨਾਂ ਦੀ ਨੀਤ ਕੰਮ ਕਰਨ ਦੀ ਨਹੀਂ ਹੈ ਔਰ ਨਵੇਂ ਗਰਾਉਂ ਦੇ ਵਿਕਾਸ ਵਾਸਤੇ ਨੀਤ ਨਹੀਂ ਹੈ। ਸਿਰਫ ਆਪਣੀ ਵਾਹਵਾਹੀ ਵਾਸਤੇ ਉਹ ਪ੍ਰਧਾਨ ਬਣੇ ਨੇ, ਕੰਮ ਵਾਸਤੇ ਪ੍ਰਧਾਨ ਨਹੀਂ ਬਣੇ। ਜੇ ਕੰਮ ਵਾਸਤੇ ਪ੍ਰਧਾਨ ਬਣਦੇ ਤਾਂ ਉਹਨਾਂ ਦੇ ਨਾਲ 13 ਨਹੀਂ 21 ਦੇ 21 MC ਨਾਲ ਹੋਣੇ ਸੀ।
ਉਹ ਕਹਿੰਦੇ ਜੀ ਮੈਂ ਅਕਾਲੀ ਦਲ ਤੋਂ ਆ ਤੇ ਜਿਹੜੇ ਬਾਕੀ ਨੇ ਕਹਿੰਦੇ ਉਹ ਕਿਤੇ ਨਾ ਕਿਤੇ ਜਗਮੋਹਨ ਸਿੰਘ ਕੰਗ ਜਿਸ ਦਿਨ ਅਸੀਂ ਮੀਟਿੰਗ ਰੱਖਣੀ ਹੁੰਦੀ ਹੈ ਸਾਰਿਆਂ ਨੂੰ ਆਪਣੇ ਨਾਲ ਇਕੱਠੇ ਕਰਕੇ ਇੱਕ ਸਾਈਡ ਤੇ ਲੈ ਜਾਂਦੇ ਹਾਂ, ਜਿਸ ਕਰਕੇ ਕੰਮ ਫਿਰ ਪਿੱਛੇ ਰੁਕ ਜਾਂਦਾ। ਸਰ ਜਗਮੋਹਨ ਸਿੰਘ ਕੰਗ ਦੇ ਜਿਹੜੇ ਬੰਦੇ ਇੱਥੇ ਜਿੱਤੇ ਸੀਗੇ ਸਿਰਫ 5 ਔਰ 6 ਬੰਦੇ ਜਿੱਤੇ ਸੀ। ਜੇ ਉੱਥੇ 13 ਬੰਦੇ ਹੋਏ ਤਾਂ ਜਗਮੋਹਨ ਸਿੰਘ ਕੰਗ ਦੇ ਕਿਵੇਂ ਹੋ ਗਏ? ਇਹ ਸਵਾਲ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਜਗਮੋਹਨ ਸਿੰਘ ਕੰਗ ਦੇ ਬੰਦੇ ਉਹ ਕਿਵੇਂ ਹੋਏ। ਅਸੀਂ ਜੇ ਅੱਜ ਮੈਂ ਖੜਿਆ ਹਾਂ, ਮੈਂ ਆਮ ਪਾਰਟੀ ਨੂੰ ਜੁਆਇਨ ਕੀਤਾ ਹੁਣ, ਤੇ ਮੇਰੇ ਨਾਲ ਜਿਹੜੇ ਹੈਗੇ ਨੇ 2 ਆਮ ਪਾਰਟੀ ਦੇ ਨੇ, 4 ਕਾਉਂਸਲਰ ਨੇ ਬੀਜੇਪੀ ਦੇ। ਜਗਮੋਹਨ ਸਿੰਘ ਕੰਗ ਦੇ ਕਿੱਥੋਂ ਹੋ ਗਏ ਇਹ ਤਾਂ ਇੱਕ ਇਲਜ਼ਾਮ ਲਾਉਣ ਵਾਲਾ ਕੰਮ ਹੈ, ਹੋਰ ਕੁਝ ਨਹੀਂ ਹੈ ਇਹਦੇ 'ਚ। ਜੇ ਜਗਮੋਹਨ ਸਿੰਘ ਕੰਗ ਇਕੱਠੇ ਕਰ ਰਿਹਾ ਕੁਝ ਕਰ ਰਿਹਾ ਤਾਂ ਇਹਦੇ ਦੀ ਕੋਈ ਕਮੀ ਹੋਏਗੀ ਤਾਂ ਹੀ। ਆਪ ਕਿਉਂ ਨਹੀਂ ਬੁਲਾ ਕੇ ਪੁੱਛਦੇ ਐਮਸੀਆਂ ਨੂੰ ਵੀ ਕਿਉਂ ਜਾ ਰਹੇ ਸਾਡੇ ਕੋਲੋਂ? ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਜਗਮੋਹਨ ਸਿੰਘ ਕੰਗ ਵੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਨੇ। ਬਿਲਕੁਲ ਜੀ ਬਿਲਕੁਲ, ਜਗਮੋਹਨ ਸਿੰਘ ਕੰਗ ਵੀ ਹੁਣ ਆਏ ਨੇ ਆਮ ਪਾਰਟੀ ਦੇ ਵਿੱਚ, ਪਰ ਪਹਿਲੇ ਜਿਹੜੇ ਐਮਸੀ ਸੀਗੇ ਉਹਨਾਂ ਦੇ 6 ਜਿੱਤੇ ਹੋਏ ਸੀ, ਜਿਹਦੇ ਵਿੱਚੋਂ 2 ਕਾਂਗਰਸ ਦੇ ਪਲੱਸ ਇੱਕ ਮੈਂ ਇੰਡੀਪੈਂਡੈਂਟ ਜਿੱਤੇ ਹੋਏ ਸੀ। 3 ਆਮ ਪਾਰਟੀ ਦੇ ਕੌਂਸਲਰ ਹੈ ਇਸ ਟਾਈਮ ਜੋ ਮੌਜੂਦਾ ਨੇ, ਤੇ ਬਾਕੀ ਜਿਹੜੇ ਹੈਗੇ ਨੇ ਅਕਾਲੀ ਦਲ, ਬੀਜੇਪੀ, ਕੁਝ ਕਾਂਗਰਸ ਦੇ ਨੇ। ਤੇ ਲੋਕਾਂ ਦਾ ਨੁਕਸਾਨ ਕਿਉਂ ਹੋ ਰਿਹਾ ਸਰ? ਕਿਉਂ ਲੋਕੀ ਦਰ-ਦਰ ਦੇ ਵੋਟਰਾਂ ਖਾਲੀ ਮਜਬੂਰ ਹੋ ਰਹੇ? ਸਰ ਅਸੀਂ ਲੋਕਾਂ ਦੇ ਪਲ ਪਲ ਮੈਂ ਉਹਨਾਂ ਨੇ ਸਾਨੂੰ ਵੋਟਾਂ ਪਾ ਕੇ ਇੱਥੇ ਤੱਕ ਪਹੁੰਚਾਇਆ ਹੋਇਆ, ਸਾਨੂੰ ਅਸੀਂ ਕੌਂਸਲਰ ਬਣਾਏ, ਲੋਕਾਂ ਨੇ ਬਣਾਏ, ਅਸੀਂ ਉਹਨਾਂ ਦੇ ਨਾਲ ਹਰ ਟਾਈਮ ਖੜੇ ਨੇ। ਪਰ ਲੋਕਾਂ ਦੇ ਪੈਸੇ ਬਿਲਕੁਲ ਵੀ ਨਜਾਇਜ਼ ਅਸੀਂ ਨਹੀਂ ਹੋਣ ਦੇਣਾ, ਨਾ ਹੀ ਇਸ ਨਾਲੋਂ ਆਪਾਂ ਨੂੰ ਵਿਕਾਸ। ਜੇ ਕਿਸੇ ਦੀ ਜੇਬ ਦੇ ਵਿੱਚੋਂ 1-1 ਰੁਪਇਆ ਨਿਕਲਿਆ ਹੋਇਆ ਗਲਤ ਜੇਬ 'ਚ ਜਾਵੇ ਤਾਂ ਉਹਦੇ ਆਪਾਂ ਬਿਲਕੁਲ ਸਖਤ ਵਿਰੋਧ 'ਚ ਹੈ। ਹਾਂ, ਕੰਮ ਸਹੀ ਕਰਨ, ਅਸੀਂ ਉਹਨਾਂ ਦੇ ਨਾਲ ਹੈ, ਸਾਨੂੰ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੈ, ਕਿਸੇ ਨਾਲ ਕੋਈ ਉਹ ਨਹੀਂ, ਸਾਨੂੰ ਕੋਈ ਪਾਰਟੀ ਤੋਂ ਆਪਾਂ ਉੱਪਰ ਉੱਠ ਕੇ ਕੰਮ ਕਰਨ ਵਾਲੇ ਹਾਂ, ਤੇ ਆਪਾਂ ਉਹ ਕੰਮ करने वास्ते हल्ली भी तैयार नहीं। सर भविष्य में जो लालगू में हुआ है ऐसा कुछ देखने को मिलेगा? सॉरी, नगर काउंसिल लालगू में जो अभी हाल में हुआ है ऐसा कुछ देखने को नया गाँव नहीं मिलेगा? बिल्कुल साड़ी इदां दी कोई मानसा नहीं है, कोई इदां दा साडा वो नहीं है जे इहदे नाल आपां मिलीए या कोई इदां दा करिए कुछ भी। आपां उस चीज़ तो उपर उठ के आपां लोकां दे चुने होए ने, आपां लोकां दा काम करना। सानू ये नहीं है भी प्रधान नूं तार दईए या बना लईए, इदां दा साडा कोई मता नहीं है।